Hello dear students, welcome back to my YouTube channel. In this video we are going to discuss unit number 7 chapter number 1 dual nature of matter and radiation and topic is photoelectric effect. So सब तो पहला बच्चे ਅਸੀਂ ਸਮਝਾਂਗੇ work function ਕੀ ਚੀਜ਼ ਹੁੰਦਾ ਜਿਹਨੂੰ ਕਿ phi ਦੇ ਨਾਲ ਡਿਨੋਟ ਕੀਤਾ ਜਾਂਦਾ the minimum amount of energy. ਸੋ ਸਾਨੂੰ ਘੱਟੋ ਘੱਟ ਬੱਚੇ ਇੰਨੀ ਕੁ એનર્ਜੀ ਚਾਹੀਦੀ ਆ ਰਿਕੁਆਇਰ ਟੂ ਇਜੈਕਟ 1 ਇਲੈਕਟ੍ਰੋਨ ਫਰੋਮ ਅ ਮੈਟਲ ਸਰਫੇਸ ਕਿਸੇ ਮੈਟਲ ਸਰਫੇਸ ਦੇ ਵਿੱਚੋਂ ਜਦੋਂ ਅਸੀਂ ਇੱਕ ਇਲੈਕਟ੍ਰੋਨ ਨੂੰ ਇਜੈਕਟ ਕਰ ਦਈਏ इज़ कॉल्ड वर्क फंक्शन। सो तुसी एग्जाम्पल दे नाल समझ सकते हैं। सब तो पहला असी की लेता एक मैटल लै ली। सो मैटल बच्चे कोई भी हो सकती है, किसी भी मटीरियल की हो सकती है। सो मान लो जी यदी एनर्जी है दैट इज़ 4 इलैक्ट्रॉन वोल्ट। ਇਹਦਾ ਮਤਲਬ ਅਸੀਂ ਕੋਈ ਪਰਟੀਕੂਲਰ એનર્ਜੀ ਕੋਈ ਫਾਲ ਕਰਾਵਾਂਗੇ ਇਹਦੇ ਉੱਤੇ ਲਾਈਟ ਫਾਲ ਕਰਾਵਾਂਗੇ ਤਾਂ ਜੋ ਇਹਦੇ ਵਿੱਚੋਂ ਫ੍ਰੀ ਇਲੈਕਟ੍ਰੋਨਸ ਬਾਹਰ ਨਿਕਲ ਸਕਣ। ਸੋ ਸਾਨੂੰ ਪਤਾ ਇੱਕ ਮੈਟਲ ਦੇ ਅੰਦਰ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਹੁੰਦੇ ਆ। ਸੋ ਅਸੀਂ ਉਸ ਫ੍ਰੀ ਇਲੈਕਟ੍ਰੋਨ ਨੂੰ ਉਸ ਮੈਟਲ ਸਰਫੇਸ ਦੇ ਵਿੱਚੋਂ ਬਾਹਰ ਨਿਕਾਲਣਾ ਆ। ਸੋ ਬਾਹਰ ਨਿਕਾਲਣ ਦੇ ਲਈ ਸਾਨੂੰ ਮਿਨੀਮਮ ਅਮਾਊਂਟ ਆਫ એનર્ਜੀ ਚਾਹੀਦੀ ਆ ਜੋ ਕਿ ਇੱਕ ਇਲੈਕਟ੍ਰੋਨ ਨੂੰ ਇਜੈਕਟ ਕਰ ਸਕੇ ਫਰੋਮ ਅ ਸਰਫੇਸ ਮੈਟਲ। ਸੋ ਆਪਾਂ ਮੰਨ ਲਿਆ ਕਿ 3 ਇਲੈਕਟ੍ਰੋਨ ਵੋਲਟ ਦੀ એનર્ਜੀ ਆਪਾਂ ਫਾਲ ਕਰਵਾਈ। ਸੋ ਸਾਨੂੰ ਪਤਾ ਕਿ ਇਸ ਮੈਟਲ ਦੀ ਪਰਟੀਕੂਲਰ એનર્ਜੀ ਕਿੰਨੀ ਆ 4 ਇਲੈਕਟ੍ਰੋਨ ਵੋਲਟ। ਇਹਦਾ ਮਤਲਬ એનર્ਜੀ ਬਾਹਰ ਇਲੈਕਟ੍ਰੋਨ ਬਾਹਰ ਨਹੀਂ ਨਿਕਲੇਗੀ ਜਦੋਂ ਤੱਕ ਅਸੀਂ 4 ਇਲੈਕਟ੍ਰੋਨ ਵੋਲਟ ਤੋਂ એનર્ਜੀ ਹਾਇਰ ਨਹੀਂ ਦਿੰਦੇ। ਫੋਰ ਐਗਜ਼ਾਮਪਲ 5 ਇਲੈਕਟ੍ਰੋਨ ਵੋਲਟ એનર્ਜੀ ਦੇਵਾਂਗੇ ਤਾਂ ਜਿਹੜੇ ਇਲੈਕਟ੍ਰੋਨ ਆ ਫ੍ਰੀ ਇਲੈਕਟ੍ਰੋਨ ਆ ਉਹ ਇਸ ਮੈਟਲ ਸਰਫੇਸ ਤੋਂ ਇਜੈਕਟ ਹੋ ਜਾਣਗੇ। ਸੋ ਇਸ ਮਿਨੀਮਮ ਅਮਾਊਂਟ ਆਫ એનર્ਜੀ ਨੂੰ ਅਸੀਂ ਕੀ ਬੋਲਦੇ ਹਾਂ वर्क फंक्शन, ਜਿਹਦੇ ਵਿੱਚੋਂ ਅਸੀਂ ਕੁਝ ਇਲੈਕਟ੍ਰੋਨ ਕਿਸੇ ਮੈਟਲ ਸਰਫੇਸ ਦੇ ਵਿੱਚੋਂ ਬਾਹਰ ਨਿਕਾਲ ਸਕਦੇ ਹਾਂ। ਸੋ ਆਈ ਹੋਪ ਤੁਹਾਨੂੰ ਵਰਕ ਫੰਕਸ਼ਨ ਦੀ ਜੋ ਡੈਫੀਨੇਸ਼ਨ ਹੋਏਗੀ ਅੱਛੇ ਤਰੀਕੇ ਨਾਲ ਕਲੀਅਰ ਹੋ ਗਈ ਹੋਏਗੀ। ਸੋ ਬੱਚੇ ਇਟ ਇਜ਼ ਡਿਨੋਟਡ ਬਾਈ ਓਮੇਗਾ। ਓਮੇਗਾ ਨੂੰ ਬੱਚੇ ਫਾਈ ਦੇ ਨਾਲ ਵੀ ਲਿਖ ਸਕਦੇ ਹਾਂ, ਓਮੇਗਾ ਵੀ ਲਿਖ ਸਕਦੇ ਹਾਂ। ਕੁਝ ਬੁੱਕਸ ਦੇ ਵਿੱਚ ਓਮੇਗਾ ਦੇ ਨਾਲ ਲਿਖਿਆ ਹੋਇਆ, ਕੁਝ ਦੇ ਨਾਲ ਫਾਈ। ਸੋ ਓਮੇਗਾ ਇਕੁਅਲਸ ਟੂ एच म्यू। नैक्सट इज़ अ थ्रैश होल्ड फ्रिक्वेंसी। थ्रैश होल्ड फ्रिक्वेंसी ਨੂੰ म्यू नॉट ਦੇ ਨਾਲ ਲਿਖਿਆ ਜਾਂਦਾ। दैट इज़ द मिनिमम फ्रिक्वेंसी ऑफ लाइट which can eject and photoelectron from a metal surface is called threshold frequency of that metal। ਸੋ ਧਿਆਨ ਨਾਲ ਦੇਖ ਲਓ ਬੱਚੇ, ਮਿਨੀਮਮ ਫ੍ਰੀਕੁਐਂਸੀ ਆਫ ਲਾਈਟ ਆ। ਮਿਨੀਮਮ ਫ੍ਰੀਕੁਐਂਸੀ ਮਤਲਬ ਘੱਟੋ ਘੱਟ ਇੰਨੀ ਕੁ ਫ੍ਰੀਕੁਐਂਸੀ ਚਾਹੀਦੀ ਆ ਕਿ ਵਿਚ ਕੈਨ ਇਜੈਕਟ ਅ ਫੋਟੋ ਇਲੈਕਟ੍ਰੋਨ, ਕਿ ਇੱਕ ਇਲੈਕਟ੍ਰੋਨ ਨੂੰ ਬਾਹਰ ਨਿਕਾਲ ਸਕੇ ਕਿਹਦੇ ਵਿੱਚੋਂ ਫਰੋਮ ਅ ਮੈਟਲ ਸਰਫੇਸ ਦੇ ਵਿੱਚੋਂ। ਤਾਂ ਉਸ ਫ੍ਰੀਕੁਐਂਸੀ ਨੂੰ, ਉਸ ਪਰਟੀਕੂਲਰ ਫ੍ਰੀਕੁਐਂਸੀ ਨੂੰ ਅਸੀਂ ਕੀ ਬੋਲਦੇ ਹਾਂ ਥ੍ਰੈਸ਼ ਹੋਲਡ ਫ੍ਰੀਕੁਐਂਸੀ। ਸੋ ਬੱਚੇ ਮਿਨੀਮਮ ਅਮਾਊਂਟ ਆਫ ਫ੍ਰੀਕੁਐਂਸੀ ਆ ਵਰਕ ਫੰਕਸ਼ਨ 'ਚ, ਮਿਨੀਮਮ ਅਮਾਊਂਟ ਆਫ એનર્ਜੀ ਆ ਐਂਡ ਥ੍ਰੈਸ਼ ਹੋਲਡ ਫ੍ਰੀਕੁਐਂਸੀ ਦੇ ਵਿੱਚ ਮਿਨੀਮਮ ਫ੍ਰੀਕੁਐਂਸੀ ਆ। ਸੋ ਦੋਨੋਂ ਚੀਜ਼ਾਂ ਬੱਚੇ ਮਿਕਸ ਨਹੀਂ ਕਰਨੀਆਂ, ਇੱਕ એનર્ਜੀ ਆ ਔਰ ਇੱਕ ਫ੍ਰੀਕੁਐਂਸੀ ਆ। ਨੈਕਸਟ ਇਜ਼ ਫੋਟੋ ਇਲੈਕਟ੍ਰਿਕ ਇਫੈਕਟ ਵਿਚ ਇਜ਼ most important definition, the phenomena of emission of electron from a metal surface। ਕਹਿੰਦੇ ਇਹ ਕੋਈ ਫਿਨੋਮੀਨਾ ਆ ਜਿਹਦੇ ਵਿੱਚੋਂ ਅਸੀਂ ਕਿਸੇ ਇਲੈਕਟ੍ਰੋਨ ਨੂੰ ਕਿਸੇ ਮੈਟਲ ਸਰਫੇਸ ਦੇ ਵਿੱਚੋਂ ਬਾਹਰ ਨਿਕਾਲ ਦਿੰਦੇ ਹਾਂ, ਅਮਿਟ ਕਰ ਦਿੰਦੇ ਹਾਂ। ਵੈਨ ਰੇਡੀਏਸ਼ਨ ਮੀਨਸ ਜਦੋਂ ਅਸੀਂ ਲਾਈਟ ਫਾਲ ਕਰਵਾਉਂਦੇ ਹਾਂ। ਵੈਨ ਰੇਡੀਏਸ਼ਨ ਆਫ ਅ ਸੁਟੇਬਲ ਫ੍ਰੀਕੁਐਂਸੀ ਇਜ਼ ਇੰਸੀਡੈਂਟ ਔਨ ਇਟ ਇਜ਼ ਕਾਲਡ ਫੋਟੋ ਇਲੈਕਟ੍ਰਿਕ ਇਫੈਕਟ। ਸੋ ਜਿੱਦਾਂ ਹੀ ਅਸੀਂ ਪਰਟੀਕੂਲਰ ਫ੍ਰੀਕੁਐਂਸੀ ਉਹਦੇ ਉੱਤੇ ਫਾਲ ਕਰਵਾਈ, ਬੱਚੇ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਆ ਇੱਕ ਪਾਸੇ ਕੀ ਆ ਤੁਹਾਡਾ ਕੈਥੋਡ ਔਰ ਇੱਕ ਪਾਸੇ ਕੀ ਹੈ ਐਨੋਡ। ਜਿੱਦਾਂ ਹੀ ਅਸੀਂ ਐਨੋਡ ਦੇ ਉੱਪਰ ਲਾਈਟ ਫਾਲ ਕਰਵਾਵਾਂਗੇ ਤਾਂ ਇਹ ਜਿਹੜਾ ਬੱਚੇ ਇਹ ਹੋਏਗਾ ਇਹਦੇ ਵਿੱਚੋਂ ਫ੍ਰੀ ਇਲੈਕਟ੍ਰੋਨਸ ਜਿਹੜੇ ਆ ਅਮਿਟ ਹੋ ਕੇ ਕਲੈਕਟਰ ਵੱਲ ਚਲੇ ਜਾਣਗੇ, ਕੈਥੋਡ ਕੋਲ ਚਲੇ ਜਾਣਗੇ। ਕੈਥੋਡ ਨੇ ਕੀ ਕਰਨਾ, ਸਾਰੇ ਦੇ ਸਾਰੇ ਜੋ ਇਲੈਕਟ੍ਰੋਨਸ ਆ ਉਹਨਾਂ ਨੂੰ ਕਲੈਕਟ ਕਰ ਲੈਣਾ ਐਂਡ ਦ ਅਮਿਟਡ ਇਲੈਕਟ੍ਰੋਨਸ ਆਰ ਕਾਲਡ ਫੋਟੋ ਇਲੈਕਟ੍ਰੋਨਸ। ਜਿਹੜੇ ਇਹ ਵਾਲੇ ਇਲੈਕਟ੍ਰੋਨਸ ਅਮਿਟ ਹੋ ਰਿਹਾ, ਜਿਹੜਾ ਕਲੈਕਟਰ ਬੱਚੇ ਕਲੈਕਟ ਕਰ ਰਿਹਾ, ਕੈਥੋਡ ਜਿਹੜਾ ਕਲੈਕਟ ਕਰ ਰਿਹਾ ਆ, ਉਸ ਅਮਿਟਡ ਇਲੈਕਟ੍ਰੋਨਸ ਨੂੰ ਅਸੀਂ ਕੀ ਬੋਲਦੇ ਹਾਂ ਫੋਟੋ ਇਲੈਕਟ੍ਰੋਨਸ। clear हो गया। the emitted electron are called photoelectrons and the current so produced is called photoelectric current। ਸੋ ਜਿਹੜਾ ਇਹਦੇ ਵਿੱਚ ਬੱਚੇ ਕਰੰਟ ਪ੍ਰੋਡਿਊਸ ਹੋਏਗਾ ਆਈ ਕਰੰਟ ਨੂੰ ਅਸੀਂ ਕੀ ਬੋਲਾਂਗੇ ਫੋਟੋ ਇਲੈਕਟ੍ਰੋਨ। ਸੋ ਅਸੀਂ ਐਕਸਪੈਰੀਮੈਂਟ ਸਮਝਦੇ ਹਾਂ ਰਾਜੇ। ਐਕਸਪੈਰੀਮੈਂਟ ਦੇ ਵਿੱਚ ਹੈ ਕੀ ਆ, ਸੋ ਐਕਸਪੈਰੀਮੈਂਟਲ ਸਟੱਡੀ ਆਫ ਫੋਟੋ ਇਲੈਕਟ੍ਰਿਕ ਇਫੈਕਟ। ਸੋ ਬੱਚੇ ਇਹ ਵੀ ਕੁਐਸਚਨ ਜਿਹੜਾ ਆ 2 ਜਾਂ 3 ਮਾਰਕਸ ਦੇ ਕੁਐਸਚਨ ਦੇ ਵਿੱਚ ਆ ਸਕਦਾ। ਸੋ ਸਭ ਤੋਂ ਪਹਿਲਾਂ ਅਸੀਂ ਕੀ ਲੈਣਾ, ਇੱਕ ਗਲਾਸ ਰੋਡ ਲਿੱਤੀ, ਠੀਕ ਹੈ। ਇਹ ਗਲਾਸ ਰੋਡ ਬੱਚੇ ਕੁਆਰਟਜ਼ ਦੀ ਬਣੀ ਹੁੰਦੀ ਆ, ਚਾਹੇ ਤੁਸੀਂ ਗਲਾਸ ਰੋਡ ਵਰਡ ਯੂਜ਼ ਕਰ ਲਓ ਚਾਹੇ ਕੁਆਰਟਜ਼ ਯੂਜ਼ ਕਰ ਲਓ। ਸੋ ਉਹਦੇ ਅੰਦਰ ਅਸੀਂ 2 ਇਲੈਕਟ੍ਰੋਡਸ ਯੂਜ਼ ਕਰ ਰਹੇ ਹਾਂ, ਇੱਕ ਹੈਗਾ ਆ ਕੈਥੋਡ, ਇੱਕ ਹੈਗਾ ਆ ਐਨੋਡ। ਸੋ ਅਸੀਂ ਦੋਨੋਂ ਨਾਮ ਲਿਖ ਦਿੱਤੇ ਬੱਚੇ ਕੈਥੋਡ ਐਂਡ ਐਨੋਡ। ਹੁਣ ਅਸੀਂ ਸਰਕਟ ਡਾਇਗਰਾਮ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਕਰਾਂਗੇ, ਇੱਕ ਅਸੀਂ ਬੱਚੇ ਪ੍ਰੋਪਰ ਸਕੇਲ ਯੂਜ਼ ਕਰਨਾ, ਪੈਨਸਿਲ ਯੂਜ਼ ਕਰਨਾ। ਵਿਦਾਊਟ ਪੈਨਸਿਲ ਜਾਂ ਸਕੇਲ ਜਿਹੜੀ ਆ ਡਾਇਗਰਾਮ ਨਾ ਬਣਾਉਣਾ। ਸੋ ਇੱਕ ਬੱਚੇ ਵੋਲਟਮੀਟਰ ਅਟੈਚ ਕਰ ਦਿਓ ਔਰ ਇੱਕ ਮਿਲੀ ਅੰਪੇਅਰ। ਸੋ ਮਿਲੀ ਨਹੀਂ ਮਾਈਕਰੋ ਅੰਪੇਅਰ। ਮਾਈਕਰੋ ਕਿਉਂ ਯੂਜ਼ ਕਰ ਰਹੇ ਆ, ਮਾਈਕਰੋ ਦੀ ਵੈਲਿਊ ਹੁੰਦੀ 10⁻⁶। ਇਹਦਾ ਮਤਲਬ ਛੋਟਾ ਜਿਹਾ ਕਰੰਟ ਵੀ ਇਹਦੇ ਵਿੱਚੋਂ ਪਾਸ ਹੋਏਗਾ
ਥੋੜ੍ਹੇ ਜਿਹੇ ਵੀ ਇਲੈਕਟ੍ਰੋਨ ਬਾਹਰ ਨਿਕਲਣਗੇ ਤਾਂ ਸਾਡਾ ਜਿਹੜਾ ਆ ਅਮੀਟਰ ਆ ਉਹ ਰੀਡਿੰਗ ਸ਼ੋ ਕਰ ਸਕਦਾ ਹੋਵੇ। ਨੈਕਸਟ ਇਜ਼ ਰਿਹੋਸਟੇਟ। ਬੱਚੇ ਰਿਹੋਸਟੇਟ ਜੋੜ ਦਿੱਤਾ, ਦੈਨ ਬੈਟਰੀ ਜੋੜ ਦਿੱਤੀ ਗਈ। ਸੋ ਇਹਨੂੰ ਕਨੈਕਟ ਕਰ ਦਿੱਤਾ ਇਸ ਤਰੀਕੇ ਨਾਲ। ਸੋ ਤੁਸੀਂ ਦੇਖਦੇ ਜਾਓ, ਨਾਲ ਦੀ ਨਾਲ ਬੱਚੇ ਆਪਣੀ ਕਾਪੀ ਦੇ ਉੱਪਰ ਡਰਾ ਕਰਦੇ ਜਾਓ। ਅਗਰ ਡਾਇਗਰਾਮ ਕਰੈਕਟ ਹੋਏਗੀ ਦੈਨ ਹੀ ਬੱਚੇ ਐਕਸਪੈਰੀਮੈਂਟਲ ਦੇ ਵਿੱਚ ਤੁਹਾਨੂੰ ਮਾਰਕਸ ਜਿਹੜੇ ਆ ਪ੍ਰੋਪਰ ਵੇ ਨਾਲ ਮਿਲਣਗੇ। ਕਲੀਅਰ ਹੋ ਗਿਆ। ਸੋ ਵੋਲਟਮੀਟਰ ਐਂਡ ਅਮੀਟਰ ਬੱਚੇ ਦੋਨੋਂ ਪੈਰਲਲ ਜੁੜੇ ਹੋਏ ਆ। ਦੈਨ ਉਹਨੂੰ ਰਿਹੋਸਟੇਟ ਦੇ ਨਾਲ ਜੋੜ ਦਿੱਤਾ, ਦੈਨ ਬੈਟਰੀ ਦੇ ਨਾਲ, ਦੈਨ ਉੱਪਰੋਂ ਅਸੀਂ ਕੀ ਕੀਤਾ, ਲਾਈਟ ਫਾਲ ਕਰਵਾਈ। ਜਿੱਦਾਂ ਹੀ ਲਾਈਟ ਫਾਲ ਕੀਤੀ, ਕੈਥੋਡ ਦੇ ਵਿੱਚੋਂ ਕੁਝ ਇਲੈਕਟ੍ਰੋਨਸ ਜਿਹੜੇ ਆ ਅਮਿਟ ਹੋਣੇ ਸਟਾਰਟ ਹੋ ਜਾਣਗੇ, ਕਿਉਂਕਿ ਕੈਥੋਡ ਦੇ ਉੱਪਰ ਕੁਝ ਇਲੈਕਟ੍ਰੋਨਸ ਫ੍ਰੀ ਇਲੈਕਟ੍ਰੋਨਸ ਹੋਣਗੇ। ਸੋ ਫ੍ਰੀ ਇਲੈਕਟ੍ਰੋਨ ਮੂਵ ਕਰਦੇ ਹੋਏ ਕਿਹਦੇ ਕੋਲ ਪਹੁੰਚ ਗਏ, ਐਨੋਡ ਕੋਲ। ਇਹਦਾ ਮਤਲਬ ਉਹਨੇ ਕੀ ਕੀਤਾ, ਲਾਈਟ ਜਿੰਨੇ ਵੀ ਇਲੈਕਟ੍ਰੋਨਸ ਫ੍ਰੀ ਇਲੈਕਟ੍ਰੋਨਸ ਆ ਰਹੇ ਆ ਤਾਂ ਐਨੋਡ ਨੇ ਉਹ ਸਾਰੇ ਫ੍ਰੀ ਇਲੈਕਟ੍ਰੋਨਸ ਨੂੰ ਕੀ ਕਰਨਾ ਸ਼ੁਰੂ ਕਰ ਦਿੱਤਾ, ਕਲੈਕਟ ਕਰਨਾ ਸ਼ੁਰੂ ਕਰ ਦਿੱਤਾ। ਜਿੱਦਾਂ ਹੀ ਕਲੈਕਟ ਕਰੇਗਾ ਅਮੀਟਰ ਕੋਲ ਰੀਡਿੰਗ ਆ ਜਾਏਗੀ ਕਿ ਇੱਦਾਂ ਕਰਕੇ ਜਿਹੜੇ ਆ ਇਲੈਕਟ੍ਰੋਨ ਪਹੁੰਚ ਰਹੇ ਆ। ਜਿੱਦਾਂ ਹੀ ਅਮੀਟਰ ਕੋਲ ਬੱਚੇ ਇਲੈਕਟ੍ਰੋਨਸ ਪਹੁੰਚਣਗੇ, ਕਰੰਟ ਪਹੁੰਚੇਗਾ ਤਾਂ ਇਹ ਰੀਡਿੰਗ ਸ਼ੋ ਕਰੇਗਾ। ਸੋ ਕਿੰਨਾ ਹੋਏਗਾ, ਕਿੰਨੀ ਵੋਲਟੇਜ ਦੇ ਨਾਲ ਆ ਰਿਹਾ ਉਹ ਤੁਹਾਨੂੰ ਵੋਲਟਮੀਟਰ ਰੀਡਿੰਗ ਦੇਗਾ। ਸੋ ਦੋ ਅਲੱਗ-ਅਲੱਗ ਆਪਰੇਟਰਸ ਆ, ਅਮੀਟਰ ਜੋ ਕਰੰਟ ਨੂੰ ਮੈਜਰ ਕਰਦਾ, ਵੋਲਟਮੀਟਰ ਜੋ ਵੋਲਟੇਜ ਨੂੰ ਮੈਜਰ ਕਰਦਾ। ਠੀਕ ਹੈ। ਸੋ ਦੋ ਅਲੱਗ-ਅਲੱਗ ਜਿਹੜੇ ਆ ਡਿਵਾਈਸ ਅਸੀਂ ਯੂਜ਼ ਕੀਤੇ ਹੋਏ ਆ ਜੋ ਪ੍ਰੋਪਰ ਜਿਹੜੇ ਐਕਸਪੈਰੀਮੈਂਟ ਨੂੰ ਐਕਸਪਲੇਨ ਕਰੇਗਾ। ਸੋ ਬੱਚੇ ਆਪਾਂ ਥਿਓਰੀ ਦੇਖਦੇ ਹਾਂ, ਥਿਓਰੀ ਇਹਦੀ ਕਿੱਦਾਂ ਲਿਖਾਂਗੇ। ਸੋ ਨਾਲ ਦੀ ਨਾਲ ਬੱਚੇ ਮੈਂ ਐਕਸਪਲੇਨ ਕਰਦੀ ਜਾਵਾਂਗੀ, ਤੁਸੀਂ ਨਾਲ ਦੀ ਨਾਲ ਲਿਖਦੇ ਜਾਣਾ। ਸੋ ਬੱਚੇ ਐਗਜ਼ਾਮ ਦੇ ਅੰਦਰ ਤੁਹਾਡਾ ਇਸ ਤਰੀਕੇ ਨਾਲ ਕੁਐਸਚਨ ਆ ਜਾਂਦਾ, ਵਟ ਇਜ਼ ਫੋਟੋ ਇਲੈਕਟ੍ਰਿਕ ਇਫੈਕਟ। ਸਭ ਤੋਂ ਪਹਿਲਾਂ ਫੋਟੋ ਇਲੈਕਟ੍ਰਿਕ ਇਫੈਕਟ ਦੀ ਜੋ ਡੈਫੀਨੇਸ਼ਨ ਦਊਂਗੇ, ਡਿਸਕਸ ਦ ਸੁਟੇਬਲ ਐਕਸਪੈਰੀਮੈਂਟ ਟੂ ਸਟੱਡੀ ਦ ਫੋਟੋ ਇਲੈਕਟ੍ਰਿਕ ਇਫੈਕਟ। ਸੋ ਸੁਟੇਬਲ ਐਕਸਪੈਰੀਮੈਂਟ ਅਸੀਂ ਐਕਸਪਲੇਨ ਕਰਨਾ ਹੈ। ਸੋ ਡਾਇਗਰਾਮ ਜੋ ਐਕਸਪਲੇਨ ਕੀਤੀ ਆ ਬੱਚੇ ਤੁਸੀਂ ਇੱਥੇ ਡਰਾ ਕਰਨੀ ਆ। ਸਭ ਤੋਂ ਪਹਿਲਾਂ ਫੋਟੋ ਇਲੈਕਟ੍ਰਿਕ ਇਫੈਕਟ ਕੀ ਚੀਜ਼ ਆ, ਤਾਂ ਫਿਨੋਮੀਨਾ ਆਫ emission ਆਫ ਇਲੈਕਟ੍ਰੋਨ ਫਰੋਮ ਅ ਮੈਟਲ ਸਰਫੇਸ ਵੈਨ ਲਾਈਟ ਆਫ ਸੁਟੇਬਲ ਫ੍ਰੀਕੁਐਂਸੀ ਇਜ਼ ਇੰਸੀਡੈਂਟ on it is called photoelectric effect। और जो इलैक्ट्रॉन्स अमिट होंगे उन्होंने कहने फोटो इलैक्ट्रॉन्स। सो ये ऑलरेडी असी पिछे डिस्कस कर चुके हैं। नैक्सट आ जाओ बच्चे मेन यदि जो एक्सप्लेनेशन आ जो आप डायग्राम बनाई सी उस डायग्राम को किस तरीके जोड़ा असी प्रॉपर रे डायग्राम बनाई है उन्होंने किस तरीके एक्सप्लेन करांगे। द ऑपरेटर्स कंसिस्ट ऑफ अ क्वार्ट्ज ट्यूब। सो ऑपरेटर्स बच्चे क्वार्ट्ज ट्यूब का बनया होया फिटेड विद 2 इलैक्ट्रोड्स कॉल्ड अमीटर एंड कलैक्टर। सो एक अमिट करन वाला आ और एक कलैक्ट करन वाला आ। द वेरिंग पोटेंशियल डिफरेंस कैन अप्लाइड अक्रॉस 2 इलैक्ट्रोड्स। सो असी बच्चे दोनों के अक्रॉस कोई पोटेंशियल डिफरेंस जोड़ा आ अप्लाई किया। सो पोटेंशियल डिफरेंस कैन बी अप्लाइड अक्रॉस 2 इलैक्ट्रोड्स। सो जड़ियाँ बच्चे 2 इलैक्ट्रोड्स असी यूज़ की हुई वो अक्रॉस की दिता पोटेंशियल डिफरेंस। वैन लाइट रेडिएशंस आर इंसीडेंट ऑन एन अमीटर, जिदा ही अमीटर के उपर असी लाइट्स नू अमिट करते हैं। ठीक है, उपरों लाइट्स नू अमिट किया, इलैक्ट्रॉन्स आर इजैक्टेड फ्रॉम इट्स सर्फेस। तो कुछ इलैक्ट्रॉन्स जोड़े अमिट होने स्टार्ट हो गए। इफ द कलैक्टर इज़ ऑफ पॉजिटिव पोटेंशियल, अगर बच्चे थोड़ा कलैक्टर है वो पॉजिटिव पोटेंशियल आ क्योंकि इलैक्ट्रॉन नैगेटिव आ तो यही की आ पॉजिटिव पोटेंशियल आ। तो इन्होंने पॉजिटिव पोटेंशियल ने इलैक्ट्रॉन्स नू अपने वाल की करना, अट्रैक्ट करना और इन्हें कलैक्ट करना स्टार्ट कर देना। दैन की होएगा, इलैक्ट्रॉन्स इफ द collector is of positive potential with respect to emitter, then electrons are attracted by it। so electron ने attract हो जाना which leads to the flow of current called photo इलैक्ट्रिक करंट। क्योंकि बच्चे हुण करंट प्रोड्यूस हो गया, जो करंट प्रोड्यूस होएगा उन्होंने असी की कहांगे फोटो इलैक्ट्रिक करंट इन द सर्किट। ऑन द अदर हैंड दूसरे पासे की होएगा, व्हेन द कलैक्टर इज एट नेगेटिव पोटेंशियल। मान लो कलैक्टर जिहड़ा आ ओह विद रिस्पैक्ट टू अमीटर, जिहड़ा अमिट कर रहा उहदे नालों जिहड़ा आ पोटेंशियल ਉਹਦਾ ਨੈਗੇਟਿਵ ਚ ਆ, ਮਤਲਬ ਕਿ ਉਹ ਨੈਗੇਟਿਵ पोटेंशियल ਆ। ਦੈਨ ਇਲੈਕਟ੍ਰॉन्स ਆਰ ਰਿਪੈਲਡ ਬਾਈ ਇਟ। ਤਾਂ ਇਲੈਕਟ੍ਰॉन ਨੇ ਕਲੈਕਟ ਨਹੀਂ ਕਰਨੇ ਸਗੋਂ ਰਿਪੈਲ ਕਰਨੇ ਸ਼ੁਰੂ ਕਰ ਦੇਣੇ ਕਿਉਂਕਿ ਇਧਰੋਂ ਵੀ ਇਲੈਕਟ੍ਰॉन्स ਆ ਰਹੇ ਆ, ਅੱਗੇ ਜਿਹੜਾ ਇਲੈਕਟ੍ਰॉन ਯੂਜ਼ ਕੀਤਾ ਹੋਇਆ ਉਹ ਵੀ ਨੈਗੇਟਿਵ ਆ। ਇਹਦਾ ਮਤਲਬ ਨੈਗੇਟਿਵ ਨੇ ਕੀ ਕਰਨਾ, ਇੱਕ ਦੂਸਰੇ ਨੂੰ ਰਿਪੈਲ ਕਰਨਾ। ਓਨਲੀ ਦੋਜ਼ ਇਲੈਕਟ੍ਰॉन्स ਰੀਚ ਦ ਕਲੈਕਟਰ ਵਿਚ ਹੈਵ ਸਫੀਸ਼ੀਐਂਟ ਕਾਈਨੈਟਿਕ એનર્ਜੀ। ਸੋ ਇਸ ਅਮੀਟਰ ਨੇ ਇੱਥੋਂ ਇਲੈਕਟ੍ਰॉन्स ਚੱਕ ਕੇ ਬਾਹਰ ਮਾਰਨੇ ਸਟਾਰਟ ਕਰ ਦਿੱਤੇ। ਇਹਦਾ ਮਤਲਬ ਕੋਈ ਇੱਕ ਤਾਂ ਇਲੈਕਟ੍ਰॉन ਇੱਦਾਂ ਦਾ ਹੋਏਗਾ ਜਿਹਦੇ ਵਿੱਚ ਕੋਈ ਸਫੀਸ਼ੀਐਂਟ ਕਾਈਨੈਟਿਕ એનર્ਜੀ ਹੋਏਗੀ, ਸਿਰਫ ਉਹੀ ਇਲੈਕਟ੍ਰॉन ਇੱਥੇ ਤੱਕ ਪਹੁੰਚ ਪਾਏਗਾ। ਬਾਕੀ ਤਾਂ ਨੈਗੇਟਿਵ ਨੇ ਨੈਗੇਟਿਵ ਨੂੰ ਰਿਪੈਲ ਕਰ ਦੇਣਾ ਤਾਂ ਉਹਨਾਂ ਨੇ ਵਾਪਸ ਜਾਣਾ ਸਟਾਰਟ ਕਰ ਦੇਣਾ। ਐਜ਼ ਦ ਕਲੈਕਟਰ ਇਜ਼ ਮੇਡ ਮੋਰ ਐਂਡ ਮੋਰ ਨੈਗੇਟਿਵ। ਮੰਨ ਲਓ ਹੁਣ ਜਿਹੜਾ ਕਲੈਕਟਰ ਆ ਅਸੀਂ ਉਹਨੂੰ ਹੋਰ ਜ਼ਿਆਦਾ ਨੈਗੇਟਿਵ ਕਰ ਦਿੱਤਾ। ਫਿਊ ਇਲੈਕਟ੍ਰॉन्स ਵਿਲ ਰੀਚ ਦ ਕਲੈਕਟਰ। ਕੁਛ ਹੀ ਇਲੈਕਟ੍ਰॉन ਜਿਹੜੇ ਆ ਕਲੈਕਟਰ ਤੱਕ ਪਹੁੰਚ ਪਾਣਗੇ, ਇਸ ਸੈਕਿੰਡ ਰੋਡ ਤੱਕ ਇਲੈਕਟ੍ਰੋਡ ਤੱਕ ਪਹੁੰਚ ਪਾਣਗੇ, ਅਦਰਵਾਈਜ਼ ਬਾਕੀਆਂ ਨੇ ਨਹੀਂ ਪਹੁੰਚਣਾ ਅਗਰ ਅਸੀਂ ਇਹਨੂੰ ਹੋਰ ਜ਼ਿਆਦਾ ਨੈਗੇਟਿਵ ਕਰ ਦਈਏ। ਐਂਡ ਦੇਅਰਫੋਰ ਦ ਫੋਟੋ
इलैक्ट्रिक फोटो करंट डिक्रीज इन द सर्किट। सो बच्चे अगर इत्थे तक कलैक्टर तक इलैक्ट्रॉन ही नहीं आएंगे तो सर्किट विच करंट कित्थों पास होएगा, करंट पास ही नहीं होएगा। जे करंट नहीं पास होएगा तो फोटो करंट जिहड़ा की हो जाएगा, डिक्रीज हो जाएगा। द पोटेंशियल एट विच नो करंट विल रीच द कलैक्टर, कोई इदा का पोटेंशियल आ जाए जिथे जाके कोई भी इलैक्ट्रॉन, नो इलैक्ट्रॉन विल रीच द कलैक्टर, कोई भी इलैक्ट्रॉन कलैक्टर कोले पहुँच ही ना पावे, द करंट बिकम्स जीरो, तो करंट साडा की हो जाएगा जीरो। इस बच्चे जीरो करंट नूं असीं की कह दिंदे आ, स्टॉपिंग पोटेंशियल। की बोल दिंदे आ, स्टॉपिंग पोटेंशियल। कई बार बच्चे न्यूमैरिकल दे विच पुछ लिया जाता कि स्टॉपिंग पोटेंशियल फाइंड आउट करो, या 1 मार्क्स की डेफिनेशन भी बच्चे आ जाती है स्टॉपिंग पोटेंशियल। दिस इज द मोस्ट इंपॉर्टेंट क्वेश्चन, डिफाइन स्टॉपिंग पोटेंशियल। 1 मार्क्स का अलग तो क्वेश्चन आ जाता राजे ये। then the work done by the stopping potential is equal to the maximum kinetic energy of electron। लास्ट लाइन की है, जितना वर्क डन आ वो स्टॉपिंग पोटेंशियल का उन्ना ही हो जाता है जिन्ना कि मैक्सिमम काइनेटिक एनर्जी का होएगा। सो असीं लिखांगे कि स्टॉपिंग पोटेंशियल बच्चे की हुंदा है, ई वी नॉट इज इक्वल्स टू काइनेटिक एनर्जी दैट इज हाफ एम वी स्क्वेयर। वी कितना होएगा, मैक्सिमम। वी कितना होएगा, मैक्सिमम। इतों वी नॉट निकाल लो, सो ई बच्चे दूसरे पासे चल जाएगा, आ जाएगा हाफ एम वी स्क्वेयर डिवाइडेड बाई ई। वी दे पैर विच की पा देना, मैक्सिमम। सो आ गया एम वी स्क्वेयर डिवाइडेड बाई 2e। सो बच्चे इस फॉर्म दे विच लिखना इस तरीके ना। सो बच्चे पूरी स्क्रीन के उपर तुहानूं नोट्स दिख रहे हैं, प्लीज़ इसका स्क्रीनशॉट ले लो या PDF खुद बना लो। काफ़ी बच्चे टैलीग्राम पर रिक्वेस्ट करते हैं कि मैम प्लीज़ PDF सेंड कर दो। बच्चे एक काम मैनू करना बहुत औखा लगता, PDF बनाना मैनू बहुत औखा लगता। सो ट्राई करिया करो, जिद्दां जिद्दां बच्चे मैं तुहानूं स्क्रीन के उपर अपने नोट्स शो करती जानी, तुसीं खुद स्क्रीनशॉट लैके इहदी PDF बना लिया करो और टैलीग्राम ते सगों खुद शेयर कर दिया करो ताकि बाकी बच्चों को भी हैल्प हो जाए। डन। सो बच्चे इत्थे तक साडा अज दा टॉपिक सी। इंपॉर्टेंट टॉपिक आ, 2 या 3 मार्क्स का बच्चे क्वेश्चन आ सकता। अगर इस टॉपिक के किसी तरह की कोई भी प्रॉब्लम हो तो तुसीं पुछ भी सकते हैं। सो जाते जाते बच्चे वीडियो को लाइक कर जो। सो बच्चे तुसीं देख सकते हैं प्रैक्टिकली ये कुछ इस तरीके का होंगे। एक ग्लास लैब है, सो जिन्हों असीं फोटो इलैक्ट्रिक इफैक्ट प्रॉपर प्रोसीजर नूं असीं फोटो इलैक्ट्रिक इफैक्ट बोल दिंदे आ। एक पासे असीं कैथोड जिहड़ा आ ज्वाइन कर देंगे और एक पासे असीं एनोड ज्वाइन कर देंगे। सो बाहर वाली ट्यूब नूं असीं की बोलते हैं, ग्लास ट्यूब, जिहड़ी कि क्वार्ट्ज की ग्लास ट्यूब हुंदी है और ये अंदर बिल्कुल वैक्यूम हुंदा। सो फर्स्ट नंबर पर जिहड़ी कैथोड आ दैट इज़ फोटो सेंसिटिव प्लेट, जिन्हों कि असीं अमीटर बोलते हैं, जिहड़ा कि अमिट करदा। ਇਹ ਕੀ ਆ ਤੁਹਾਡਾ ਕਲੈਕਟਰ, ਜਿਹੜਾ ਕਿ ਇਲੈਕਟ੍ਰੋਨਸ ਨੂੰ ਕਲੈਕਟ ਕਰੇਗਾ। ਸੋ ਅਸੀਂ 2 ਇਲੈਕਟ੍ਰੋਨਸ ਅਲੱਗ-ਅਲੱਗ ਯੂਜ਼ ਕਰ ਰਹੇ ਹਾਂ। ਸੋ ਦੋਨਾਂ ਨੂੰ ਬੱਚੇ ਬਾਕੀ ਸਰਕਟ ਦੇ ਨਾਲ ਅਸੀਂ ਕਨੈਕਟ ਕਰ ਦਿੱਤਾ। ਹੁਣ ਉੱਪਰ ਵਾਲਾ ਹੋਲ ਦੇਖੋ ਜਿਹਦੇ ਵਿੱਚੋਂ ਅਸੀਂ ਲਾਈਟ ਅੰਦਰ ਨੂੰ ਐਂਟਰ ਕਰਵਾਉਣੀ ਆ, ਠੀਕ ਹੈ, ਜਿਹੜੀ ਕਿ ਕੁਆਰਟਜ਼ ਵਿੰਡੋ ਬੋਲਦੇ ਆ ਜਿਹਨੂੰ। ਸੋ ਬੱਚੇ ਦੇਖਦੇ ਆ ਕਿ ਜਿਹੜੀ ਲਾਈਟ ਅਸੀਂ ਕਿਸ ਤਰੀਕੇ ਨਾਲ ਫॉल ਕਰਵਾਵਾਂਗੇ, ਕਿੱਦਾਂ ਜਿਹੜਾ ਆ ਕਲੈਕਟਰ ਦੇ ਉੱਪਰ जाएगा। सो मोनोक्रोमैटिक लाइट बच्चे सोर्स ऑफ लाइट जी असी यूज़ करनी आ, जिदा ही रेज ऑफ लाइट कलैक्टर के उपर फॉल करेगी। तुसीं देख पा रहे हैं बच्चे कलैक्टर के उपर जिदा ही एनर्जी फॉल की, मतलब कलैक्टर के विचों फ्री इलैक्ट्रॉन्स अमिट हो गया। जिदा ही अमिट होएगा बच्चे अमीटर अगे तुहाडा कलैक्टर है, ये की है तुहाडा कलैक्टर। सो ये ने की करना है, उस इलैक्ट्रॉन्स नूं कलैक्ट करना स्टार्ट कर देना। सो जिन्नी ज़्यादा असी हाई इलैक्ट्रॉन फ्रिक्वेंसी के नाल बच्चे एनर्जी नूं फॉल करवावांगे, उन्ने ज़्यादा जिहड़े इलैक्ट्रॉन्स आ वो निकलते जाणगे, एमिट होंदे जाणगे ते कलैक्टर दे द्वारा कलैक्ट करी जावांगे। सो याद रखना बच्चे जिहड़ा ए पॉइंट आ कलैक्टर आ ओह पॉजिटिव पोटेंशियल होना चाहिए, तां ही वो इलैक्ट्रॉन्स नूं कलैक्ट करेगा। नैक्सट वन इज़ एप्लीकेशन ऑफ फोटो इलैक्ट्रिक इफैक्ट विच इज़ नॉट इंपॉर्टेंट बट राजे घट्टो घट्ट 4 या 5 पॉइंट्स पढ़ के जाना। हो सकता 2 मार्क्स के क्वेश्चन के बच्चे थानू एप्लीकेशनस पूछ लिया जाए। यदा मतलब अगर 2 मार्क्स का क्वेश्चन आता तो घट्टो घट्ट थानू 4 पॉइंट्स लिखने पैणगे। सो बच्चे जिहड़ा एप्लीकेशनस आ तुसीं खुद रीड आउट कर सकते हैं, सिंपल जिहा आंसर है। सो लर्न कर लेना, चाहे अपनी नोटबुक के उपर लिख लेना। दिस इज़ नॉट इंपॉर्टेंट बट एग्जाम के पूछ सकते हैं। नैक्सट इज़ कट ऑफ और स्टॉपिंग पोटेंशियल। सो स्टॉपिंग पोटेंशियल असी हुणे हुणे एक्सपैरीमेंट के अंदर पढ़ के हटिया तो सानू ईजीली समझ लग जाएगा। द वैल्यू ऑफ द रिटार्डिंग पोटेंशियल, रिटार्डिंग मतलब जिथे जाके वो नैगेटिव हो गया सी, मोर नैगेटिव कर दिता जिथे जाके असी वो चाह रहे हैं कि इलैक्ट्रॉन असी कलैक्ट ना करिए, इस करके बच्चे रिटार्डिंग पोटेंशियल लिखा होया। द वैल्यू ऑफ द रिटार्डिंग पोटेंशियल एट विच द इलैक्ट्रिक
विच द फोटो इलैक्ट्रिक करंट बिकम्स जीरो, जिथे फोटो इलैक्ट्रिक करंट की हो जाता है जीरो, क्योंकि वो इन्ना ज़्यादा नैगेटिव हो गया कि असी इलैक्ट्रॉन कलैक्ट करने ही बंद कर दिते। जे इलैक्ट्रॉन कलैक्ट करने बंद कर दिते मतलब कि करंट ही प्रोड्यूस नहीं होएगा। उस करंट नूं असीं की कहने सी फोटो इलैक्ट्रिक करंट, जिथे जाके की हो गया बिकम्स जीरो, इज़ कॉल्ड कट ऑफ। कट ऑफ मतलब हुण करंट बिल्कुल कट ऑफ हो गया, या उन्होंने ही असीं स्टॉपिंग पोटेंशियल कह दिंदे आ फॉर अ गिवन फ्रिक्वेंसी ऑफ एन इंसीडेंट रेडिएशन। डन। सो बच्चे स्टॉपिंग पोटेंशियल की जो डेफिनेशन है दिस इज़ द मोस्ट इंपॉर्टेंट, सो इनू ध्यान ना कर लेना। नैक्सट है बच्चे, नैक्सट आर्टिकल है फोटोन। हुण राजे फोटोन और यदि मास की जो जीरो वैल्यू होंगी, रेस्ट मास की वैल्यू जीरो होंगी, दिस इज़ द मोस्ट इंपॉर्टेंट फॉर द 2 मार्क्स। सो बच्चे 2 मार्क्स के लिए आ वाला क्वेश्चन मोस्ट इंपॉर्टेंट क्वेश्चन है। सो ये 2 मार्क्स का क्वेश्चन आएगा ही आएगा। सो बच्चे काफ़ी चांसिस है भी यही क्वेश्चन आ जाए या कोई न्यूमैरिकल आ जाए। सो जोड़े क्वेश्चन मोस्ट इंपॉर्टेंट है वो बहुत केयरफुली करके जाना। फोटोन्स आर द पैकेट ऑफ एनर्जी और क्वांटा ऑफ एनर्जी अमिटेड बाय द सोर्स ऑफ रेडिएशन। पर्टिकुलर किसी बच्चे सोर्स ऑफ रेडिएशन तो जो इलैक्ट्रॉन्स जड़े बाहर निकलती है, जी एनर्जी बाहर निकलती है, उस पूरे पैकेट नूं असी फोटोन बोल दिंदे आ। द एनर्जी ऑफ ईच फोटोन इज़ एच इज़ इक्वल्स टू एच म्यू। ई के इक्वल है एच म्यू दे। एच की चीज़ आ बच्चे प्लैंक्स कॉन्स्टेंट, और म्यू की चीज़ आ फ्रिक्वेंसी। दिस इज़ म्यू नॉट वी, म्यू इस तरीके ना लिखते हैं, या फिर इदा लिख लो म्यू की आ फ्रिक्वेंसी ऑफ रेडिएशन। सो रेस्ट मास ਜਿਹੜੀ बच्चे प्रॉपर्टीज़ आ, कई बार 2 मार्क्स से क्वेश्चन आ जाता होंगे वट इज़ फोटोन, राइट इट्स प्रॉपर्टीज़। सो असी प्रॉपर्टीज़ लिखन लगे द रेस्ट मास ऑफ द फोटोन इज़ जीरो। रेस्ट मास की होंगे जीरो होंगे। द मोमेंटम ऑफ फोटोन पी के इक्वल है बच्चे एच म्यू डिवाइडेड बाय सी। सो म्यू ओवर सी के इक्वल होंगे लैम्डा के इक्वल होंगे लैम्डा इज इक्वल्स टू सी ओवर म्यू। सो इसका मतलब म्यू ओवर सी के इक्वल आएगा 1 ओवर लैम्डा दे। सो असी पुट कर दिता 1 ओवर लैम्डा। दैन डायनेमिक और काइनेटिक मास ऑफ फोटोन एम के इक्वल होएगा एच म्यू डिवाइडेड बाय सी स्केयर। सो राजे इत्थे भी एच म्यू डिवाइडेड बाय सी असी लिख सकते हैं। वट इज़ म्यू ओवर सी, दैट इज़ लैम्डा। सी ओवर म्यू के इक्वल होंगे लैम्डा, सो एच ओवर सी लैम्डा। क्लीयर हो गया। सो इस तरीके नाल असी जिहड़ा है काइनेटिक या डायनेमिक मास भी निकाल सकते हैं। हुण इत्थे सी की आ, सी इज़ द स्पीड ऑफ द लाइट इन अ मीडियम। किसी मीडियम दे विच किसी वैक्यूम के अंदर बच्चे स्पीड है। दैन लैम्डा इज़ द वेवलेंथ ऑफ द रेडिएशन। सो लैम्डा बच्चे तुसीं इस तरीके नाल ही लिखना है, वेयर लैम्डा इज़ द वेवलेंथ ऑफ द रेडिएशन। फोटोन्स आर इलैक्ट्रिकल न्यूट्रल होंगे आ। फोटोन्स ट्रैवल विद द स्पीड ऑफ लाइट दे नाल ट्रैवल करते। फोटोन्स आर नॉट डेविएटेड बाय मैगनैटिक फील्ड, नॉट डेविएटेड बाय इलैक्ट्रिक फील्ड। सो दिस इज़ द इंपॉर्टेंट क्वेश्चन हो सकता बच्चे MCQs ਦੇ ਵਿੱਚ ਵੀ ਤੁਹਾਡਾ ਜਿਹੜਾ ਆ ਉਹ ਪੁੱਛ ਲਿਆ ਜਾਵੇ। ਸੋ ਬੱਚੇ ਆਪਣਾ ਜਿਹੜਾ ਹੁਣ ਪੇਪਰ ਹੈ ਉਸ ਇਸ ਹਿਸਾਬ ਦੇ ਨਾਲ ਪ੍ਰਪੇਅਰ ਕਰੋ ਕਿ ਕੋਵਿਡ ਕਰਕੇ ਅਗਰ ਤੁਹਾਡਾ ਥਿਓਰੈਟੀਕਲ ਪੇਪਰ ਨਹੀਂ ਵੀ ਹੁੰਦੇ ਮਾਰਚ ਦੇ ਅੰਦਰ ਤਾਂ ਡੈਫੀਨੇਟਲੀ ਬੱਚੇ ਸਬਜੈਕਟਿਵ ਪੇਪਰ ਜਾਂ ऑब्जेक्टिव पेपर दोनों चो एक तो होएगा ही होएगा। तुसी बिल्कुल छुट जाओगे, इदा हो नहीं सकता। सो मेन पेपर जोड़े फिजिक्स केमिस्ट्री बायोलॉजी आ बच्चे इन्हां दे पेपर होने के चांसिस हैगे आ। सो मन के चलो जे तुहाडा थ्योरेटिकल पेपर ना होया तो MCQs का पेपर हो सकता। सो जोड़े फोटोन्स आर मैगनैटिक फील्ड नाल इफेक्ट करते कि नहीं करते। सो ये MCQs की फॉर्म के पूछा जा सकता। फोटोन्स ट्रैवल इन अ स्ट्रेट लाइन। फोटोन्स जोड़े स्ट्रेट लाइन के अंदर ट्रैवल करते हैं। सो बच्चे सम टाइम 2 मार्क्स का अलग तो क्वेश्चन आ जाता, प्रूव दैट द रेस्ट मास ऑफ अ फोटोन इज़ जीरो। जी असी प्रॉपर्टी करके हटे ना, फर्स्ट प्रॉपर्टी करके हटे सी, उहदे विच ही कई बार बच्चे डायरैक्ट प्रॉपर्टी पूछ लेंदे तो असी प्रॉपर्टी दे विच लिख दिता रेस्ट मास ऑफ फोटोन इज़ जीरो। पर क्यों जीरो होंदा, असी ये चीज़ प्रूव करनी आ। सो असी मान लिया मास ऑफ फोटोन इज़, सो मान लो मास जिहड़ा है फोटोन का वो कितना आ, M इज़ इक्वल्स टू M नॉट। सो M दे पैर विच बच्चे नॉट पा दो, M नॉट डिवाइडेड बाय 1 माइनस V स्केयर डिवाइडेड बाय C स्केयर। हुण राजे इत्थे M नॉट की आ, M नॉट इज़ द रेस्ट मास ऑफ द पार्टिकल। इन केस इत्थे की लिखना, इन केस वर्ड बच्चे इकट्ठा टाइप हो गया, अलग करके लिख लेना। इन केस ऑफ द फोटोन इट्स वेलोसिटी इज़ इक्वल टू द वेलोसिटी ऑफ लाइट। असी मान लिया कि फोटोन के केस के विच जिहड़ी वेलोसिटी सी वो C दे इक्वल आ गया। अगर इक्वल आ गई इहदा मतलब असी की पुट करांगे M नॉट, M इज़ इक्वल्स टू M नॉट डिवाइडेड बाय 1 माइनस V स्केयर की जगह ये लिखन लगे C स्केयर डिवाइडेड बाय C की जगह तो C। सो दोनों कट्टे गए। सो कितना आ गया 1 माइनस 1, कितना आ गया 1 माइनस 1। जो बच्चे 1 चो 1 माइनस किया साढ़े को कितना आ गया 0 आ गया 0। हुण आ 0 नूं बच्चे आ वाले M दे नाल मल्टीप्लाई कर दिता, साढ़े कोल फाइनली की बचिया M इज़ इक्वल्स टू M नॉट डिवाइडेड बाय 0। आ 0 नूं इन्ना मल्टीप्लाई किया
एम नॉट का आंसर कितना आ गया 0, 0 ਨੂੰ m ਦੇ ਨਾਲ ਮਲਟੀਪਲਾਈ ਕਰਾਂਗੇ ਤਾਂ 0 ਹੀ ਆ ਜਾਏਗਾ। ਹੈਂਸ ਪ੍ਰੂਵਡ ਕਿ ਰੈਸਟ ਮਾਸ ਆਫ ਫੋਟੋਨ ਕਿੰਨਾ ਆ ਗਿਆ ਤੁਹਾਡਾ 0। ਸੋ ਦਿਸ ਇਜ਼ ਦ ਮੋਸਟ ਇੰਪੋਰਟੈਂਟ ਕੁਐਸਚਨ, ਇਹਨੂੰ ਬੱਚੇ ਅੱਛੇ ਤਰੀਕੇ ਨਾਲ ਕਰਨਾ। ਸੋ ਨੈਕਸਟ ਵੀਡੀਓ ਦੇ ਵਿੱਚ ਬੱਚੇ ਅਸੀਂ ਨਿਊਮੈਰੀਕਲਸ ਵੀ ਕਰਾਂਗੇ। ਸੋ ਇਹਦੇ 2 ਮਾਰਕਸ ਦਾ ਨਿਊਮੈਰੀਕਲ ਵੀ ਉਨਾ ਹੀ ਇੰਪੋਰਟੈਂਟ ਆ ਜਿੰਨੇ ਦੇ ਆਰਟੀਕਲਸ ਇੰਪੋਰਟੈਂਟ ਆ। ਸੋ ਬੱਚੇ ਇੱਥੇ ਤੱਕ ਸਾਡੇ 2 ਮਾਰਕਸ ਦੇ ਕਾਫੀ ਕੁਐਸਚਨਸ ਹੋ ਗਏ। ਸੋ ਜਾਂਦੇ ਜਾਂਦੇ ਬੱਚੇ ਵੀਡੀਓ ਨੂੰ ਲਾਈਕ ਕਰ ਜੋ, ਮੈਕਸਿਮਮ ਸ਼ੇਅਰ ਕਰ ਜੋ। ਅਗਰ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਥੈਂਕ ਯੂ ਸੋ ਮਚ।